ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੂਡੈਂਟਸ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਤੋਂ ਪਹਿਲਾਂ ਲੈਕਚਰ ਦੇ ਵਿੱਚ ਵਟ ਆਰ ਦ ਲੈਵਲਸ ਆਫ ਮੈਨੇਜਮੈਂਟ ਕੀਤੇ ਸੀ, ਜਿਹੜਾ ਕਿਸੇ ਟੌਪ ਲੈਵਲ ਮੈਨੇਜਮੈਂਟ, ਨੈਕਸਟ ਇਜ਼ ਮਿਡਲ ਲੈਵਲ ਮੈਨੇਜਮੈਂਟ ਐਂਡ ਲਾਸਟ ਵਨ ਇਜ਼ ਦ ਲੋਅਰ ਲੈਵਲ ਮੈਨੇਜਮੈਂਟ। ਹੁਣ ਆਪਾਂ ਟੌਪ ਲੈਵਲ ਮੈਨੇਜਮੈਂਟ ਤੇ ਪੜ੍ਹ ਲਿਆ ਸੀ, ਹੁਣ ਆਪਾਂ ਅੱਜ ਕੀ ਪੜ੍ਹਾਂਗੇ? ਮਿਡਲ ਲੈਵਲ ਮੈਨੇਜਮੈਂਟ। ਮਿਡਲ ਲੈਵਲ ਮੈਨੇਜਮੈਂਟ ਦੇ ਵਿੱਚ ਜਿਵੇਂ ਕਿ ਆਥਰ ਕਹਿ ਰਿਹਾ ਹੈ ਕਿ ਮਿਡਲ ਲੈਵਲ ਮੈਨੇਜਮੈਂਟ ਉਹ ਵਾਲਾ ਮੈਨੇਜਮੈਂਟ ਹੈ ਜਿਹੜਾ ਕਿ ਲਿੰਕ ਆ ਕਿਹਦੇ ਵਿੱਚ ਆ, ਟੌਪ ਲੈਵਲ ਮੈਨੇਜਮੈਂਟ ਤੇ ਲੋਅਰ ਲੈਵਲ ਮੈਨੇਜਮੈਂਟ। ਲਿੰਕ ਕਿੱਦਾਂ, ਇਹਨੂੰ ਆਪਾਂ ਲਿੰਕ ਕਿੱਦਾਂ ਕਹਿ ਸਕਦੇ ਹਾਂ? ਕਿਉਂਕਿ ਇਹ ਵਿਚਕਾਰ ਆ ਰਿਹਾ, ਬਿਟਵੀਨ ਆ ਰਿਹਾ, ਕਿਹਦੇ ਉੱਪਰ ਟੌਪ ਆ, ਵਿਚਕਾਰ ਕਿਹੜਾ ਵਾ ਮਿਡਲ ਆ, ਤੇ ਲਾਸਟ ਤੇ ਕਿਹੜਾ ਵਾ ਲੋਅਰ ਆ। ਸੋ ਜਦੋਂ ਇਹ ਜਿਹੜੀ ਚੀਜ਼ ਵਿਚਕਾਰ ਆ ਰਹੀ ਹੈ ਦੈਟ ਮੀਨਸ ਕੋਈ ਲਿੰਕ ਆ। ਲਿੰਕ ਕਿੱਦਾਂ ਵਾ ਕਿ ਜਿਹੜੀ ਟੌਪ ਦੀ ਇਨਫੋਰਮੇਸ਼ਨ ਆ, ਟੌਪ ਵਾਲਾ ਨੇ ਕਿਹਨੂੰ ਇਨਫੋਰਮੇਸ਼ਨ ਦੇਣੀ ਆ? ਮਿਡਲ ਨੂੰ, ਐਂਡ ਮਿਡਲ ਨੇ ਕਿਹਨੂੰ ਅੱਗੇ ਦੇਣੀ ਆ? ਲੋਅਰ ਨੂੰ। ਤੇ ਇਹਦਾ ਮਤਲਬ ਇਹ ਹੈ ਕਿ ਇਨਫੋਰਮੇਸ਼ਨ ਕੌਣ ਪ੍ਰੋਵਾਈਡ ਕਰਦਾ? ਜਿਹੜੀ ਉੱਪਰੋਂ ਆ ਰਹੀ ਹੈ ਲੋਅਰ ਨੂੰ ਮਿਡਲ ਹੀ ਕਰਵਾ ਰਿਹਾ, ਠੀਕ ਹੈ। ਐਂਡ ਦੇਖੋ, ਜੇ ਕੋਈ ਲੋਅਰ ਲੈਵਲ ਨੂੰ ਕੋਈ ਪ੍ਰੋਬਲਮ ਆ ਤਾਂ ਲੋਅਰ ਲੈਵਲ ਡਿਪਾਰਟਮੈਂਟ ਨੇ ਕਿਹਨੂੰ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ? ਮਿਡਲ ਨੂੰ, ਐਂਡ ਮਿਡਲ ਨੇ ਫਿਰ ਕਿਹਨੂੰ ਦੱਸਣਾ ਹੈ ਜਾ ਕੇ? ਟੌਪ ਲੈਵਲ ਮੈਨ ਨੂੰ। ਸੋ ਮਿਡਲ ਲੈਵਲ ਹੀ ਟੌਪ ਤੋਂ ਚੀਜ਼ਾਂ ਕਿੱਥੇ ਪਹੁੰਚਾਉਂਦਾ ਵਾ? ਲੋਅਰ ਲੈਵਲ ਤੇ ਪਹੁੰਚਾਉਂਦਾ, ਐਂਡ ਲੋਅਰ ਲੈਵਲ ਤੋਂ ਟੌਪ ਲੈਵਲ ਤੇ ਕੌਣ ਚੀਜ਼ਾਂ ਪਹੁੰਚਾਉਂਦਾ? ਮਿਡਲ ਲੈਵਲ ਮੈਨੇਜਮੈਂਟ। ਸੋ ਉਹਨੂੰ ਕਹਿ ਦਿੰਦੇ ਕਿ ਜਿਹੜੀ ਦੋਵੇਂ ਪਾਸਿਆਂ 'ਚ ਗੱਲਬਾਤ ਕਰਵਾਉਂਦਾ ਉਹਨੂੰ ਆਪਾਂ ਕੀ ਕਹਿ ਦਿੰਦੇ? ਮਿਡਲ ਲੈਵਲ ਮੈਨੇਜਮੈਂਟ, ਠੀਕ ਹੈ। ਦ ਮੇਨ ਫੰਕਸ਼ਨ ਆਫ ਮਿਡਲ ਲੈਵਲ ਮੈਨੇਜਮੈਂਟ ਇਜ਼ ਟੂ ਇੰਪਲੀਮੈਂਟ ਪੋਲਿਸੀਜ਼ ਪ੍ਰੋਗਰਾਮਸ ਮੇਡ ਬਾय ਦ ਟੌਪ ਲੈਵਲ ਮੈਨੇਜਮੈਂਟ ਸੋ ਦੈਟ ਆਰਗੇਨਾਈਜੇਸ਼ਨਲ ਆਬਜੈਕਟਿਵਸ ਮੇ ਬੀ ਅਚੀਵਡ। ਕਹਿੰਦੇ ਆ ਕਿ ਮਿਡਲ ਲੈਵਲ ਮੈਨੇਜਮੈਂਟ ਦਾ ਇਹੀ ਮੋਟਿਵ ਹੁੰਦਾ ਕਿ ਜੋ ਉੱਪਰਲਿਆਂ ਨੇ ਕਹਿਤਾ, ਜਿੱਦਾਂ ਤੁਹਾਡੇ ਪ੍ਰਿੰਸੀਪਲ ਸਰ ਨੇ ਸਾਨੂੰ ਜੋ ਕਹਿਤਾ ਫੋਰ ਐਗਜ਼ਾਮਪਲ, ਉਹ ਟੀਚਰਸ ਨੇ ਕਰਨਾ ਹੀ ਕਰਨਾ ਹੈ। ਸੋ ਇਹਦਾ ਮਤਲਬ ਇਹ ਹੋ ਕਿ ਜੋ ਟੌਪ ਲੈਵਲ ਨੇ ਕਹਿਤਾ ਉਹ ਮਿਡਲ ਲੈਵਲ ਮੈਨੇਜਮੈਂਟ ਨੇ ਕਰਨਾ ਹੀ ਕਰਨਾ, ਪਰ ਕਰਵਾਉਣਾ ਕਿੰਨਾ ਕੋਲ ਆ? ਲੋਅਰ ਲੈਵਲ ਮੈਨੇਜਮੈਂਟ ਦੇ ਕੋਲੋਂ, ਠੀਕ ਹੈ। ਅਲੋਂਗ ਵਿਦ ਦਿਸ ਮਿਡਲ ਲੈਵਲ ਮੈਨੇਜਮੈਂਟ ਆਲਸੋ ਗਿਵਸ ਡਾਇਰੈਕਸ਼ਨਸ ਐਂਡ ਇਨਸਟਰਕਸ਼ਨਸ ਟੂ ਦ ਲੋਅਰ ਲੈਵਲ ਮੈਨੇਜਮੈਂਟ ਐਂਡ ਕੰਟਰੋਲਸ ਇਟ। ਹੁਣ ਦੇਖੋ, ਇੱਥੇ ਉਹ ਆਪੇ ਕਹਿ ਰਿਹਾ ਹੈ ਕਿ ਜਿਹੜੀਆਂ ਟੌਪ ਲੈਵਲ ਮੈਨੇਜਮੈਂਟ ਤੋਂ ਇਨਸਟਰਕਸ਼ਨਸ ਆਉਂਦੀਆਂ ਵਾ ਉਹ ਮਿਡਲ ਲੈਵਲ ਮੈਨੇਜਮੈਂਟ ਨੇ ਕਿਹਦੇ ਕੋਲ ਕਰਵਾਉਣੀਆਂ ਹੁੰਦੀਆਂ ਵਾ? ਇੰਸਟਰਕਸ਼ਨਸ ਕਿਹਨੂੰ ਦੇਣੀਆਂ ਹੁੰਦੀਆਂ ਅੱਗੇ? ਲੋਅਰ ਲੈਵਲ ਮੈਨੇਜਮੈਂਟ ਨੂੰ। ਮਿਡਲ ਲੈਵਲ ਮੈਨੇਜਮੈਂਟ ਕੈਨ ਬੀ ਕਲਾਸੀਫਾਈਡ ਇਨ 2 ਪਾਰਟਸ। ਕਹਿੰਦੇ ਕਿ ਇਹਦੇ ਵਿੱਚ ਵੀ 2 ਪਾਰਟਸ ਆਉਂਦੇ। ਪਹਿਲੀ ਕਿਹੜੀ ਆ? upper middle level and next is the lower middle level management। upper middle level management include ਕਰਦੇ ਆ ਕਿ ਜਿਹਦੇ ਵਿੱਚ ਆਪਾਂ ਸਾਰੇ ਮੈਨੇਜਰਸ ਜਿਹੜੇ ਕਿ ਵੱਖ-ਵੱਖ ਆਪਾਂ +1 ਦੇ ਵਿੱਚ ਪੜ੍ਹੇ ਨਾ ਕਿ ਪ੍ਰੋਡਕਸ਼ਨ ਮੈਨੇਜਰ ਹੁੰਦਾ ਵਾ, ਮਾਰਕੀਟਿੰਗ ਮੈਨੇਜਰ ਹੁੰਦਾ, ਫਾਈਨਾਂਸ ਮੈਨੇਜਰ ਹੁੰਦਾ ਵਾ, ਹਿਊਮਨ ਰਿਸੋਰਸ ਮੈਨੇਜਰ ਹੁੰਦਾ, ਠੀਕ ਹੈ। ਐਂਡ ਜਿਹੜਾ ਲੋਅਰ ਲੈਵਲ ਮੈਨੇਜਮੈਂਟ ਆ ਉਹਦੇ ਵਿੱਚ ਉਹ ਆ ਜਾਂਦੇ ਆ ਜਿਹੜੇ who work as assistants to the manager of upper middle level management। ਕਹਿੰਦੇ ਆ ਕਿ ਜਿਹੜਾ ਆਪਾਂ ਲੋਅਰ ਮਿਡਲ ਲੈਵਲ ਮੈਨੇਜਮੈਂਟ ਦੇ ਵਿੱਚ ਉਹ ਵਾਲੇ ਆ ਜਾਂਦੇ ਆ ਕਿ ਜਿਹੜੇ ਜਿੱਦਾਂ ਪ੍ਰੋਡਕਸ਼ਨ ਡਿਪਾਰਟਮੈਂਟ ਦਾ ਮੈਨੇਜਰ ਆ ਜਿਹੜਾ ਉਹਨੂੰ ਜਿਹੜਾ ਅਸਿਸਟ ਕਰਨ ਦਾ। ਅਸਿਸਟ ਦਾ ਮਤਲਬ ਜੇ ਪ੍ਰੋਡਕਸ਼ਨ ਮੈਨੇਜਰ ਨੇ ਕੰਮ ਕਿਹਨੂੰ ਦਿੱਤਾ? ਆਪਣੇ ਅਸਿਸਟੈਂਟ ਨੂੰ। ਤਾਂ ਅਸਿਸਟੈਂਟ ਜਦੋਂ ਕੰਮ ਆਪਣੇ ਲੋਅਰ ਲੈਵਲ ਮੈਨੇਜਮੈਂਟ ਤੋਂ ਕਰਦਾ ਵਾ ਤਾਂ ਅਸਿਸਟੈਂਟ ਆ ਜੋ ਉਹਨੂੰ ਆਪਾਂ ਕੀ ਕਹਿ ਦਾਂਗੇ? ਲੋਅਰ ਮਿਡਲ ਲੈਵਲ ਮੈਨੇਜਮੈਂਟ, ਠੀਕ ਹੈ। ਸੋ ਸਮਝ ਆ ਗਈ ਨਾ ਕਿ ਇਹਦੇ ਵਿੱਚ ਮਿਡਲ ਲੈਵਲ ਮੈਨੇਜਮੈਂਟ ਦੇ ਵਿੱਚ ਵੀ 2 ਟਾਈਪਸ ਦੇ ਆ। ਫਸਟ ਆਫ ਆਲ ਕਿਹੜੇ ਆ? ਇੱਕ ਅੱਪਰ ਮਿਡਲ ਲੈਵਲ ਮੈਨੇਜਮੈਂਟ ਆ ਤੇ ਇੱਕ ਲੋਅਰ ਆ। ਅੱਪਰ ਦੇ ਵਿੱਚ ਜਿਹੜੇ ਵੱਖ-ਵੱਖ ਮੈਨੇਜਰਸ ਆਉਂਦੇ ਹਰ ਇੱਕ ਡਿਪਾਰਟਮੈਂਟ ਦੇ, ਜਿਵੇਂ ਕਿ ਪ੍ਰੋਡਕਸ਼ਨ ਡਿਪਾਰਟਮੈਂਟ ਦਾ ਮੈਨੇਜਰ ਆ ਗਿਆ, ਜਿਵੇਂ ਕਿ ਮਾਰਕੀਟਿੰਗ ਮੈਨੇਜਰ ਆ ਗਿਆ, ਫਾਈਨਾਂਸ ਦਾ ਮੈਨੇਜਰ ਆ ਗਿਆ, ਹਿਊਮਨ ਰਿਸੋਰਸ। ਐਂਡ ਲੋਅਰ ਲੈਵਲ ਮੈਨੇਜਮੈਂਟ ਦੇ ਵਿੱਚ ਆ ਜਾਂਦਾ ਵਾ ਲੋਅਰ ਮਿਡਲ ਲੈਵਲ ਮੈਨੇਜਮੈਂਟ ਦੇ ਵਿੱਚ ਆ ਜਾਂਦਾ ਜਿਨ੍ਹਾਂ ਨੂੰ ਪ੍ਰੋਡਕਸ਼ਨ ਮੈਨੇਜਰ ਜਿਹਨੂੰ ਆਪਣਾ ਕੰਮ ਦਿੰਦਾ। ਜਦੋਂ ਉਹਨੂੰ ਕੰਮ ਦਿੱਤਾ ਉਹ ਵਰਕਰ ਨੇ ਆਪਣਾ ਅਸਿਸਟੈਂਟ ਨੇ ਆਪਣਾ ਵਰਕ ਅੱਗੇ ਲੋਅਰ ਮੈਨੇਜਮੈਂਟ ਕੋਲ ਕਰਵਾਇਆ, ਉਹਨੂੰ ਆਪਾਂ ਕੀ ਕਹਿ ਦਾਂਗੇ? ਲੋਅਰ ਮਿਡਲ ਲੈਵਲ ਮੈਨੇਜਮੈਂਟ। ਹੁਣ ਦੇਖੋ ਬੱਚੇ, ਹਰ ਇੱਕ ਦਾ ਅਸਿਸਟੈਂਟ ਹੁੰਦਾ ਹੈ। ਜਿੱਦਾਂ ਆਪਾਂ ਮੰਨ ਕੇ ਚੱਲੋ ਕਿ ਜਿੱਦਾਂ ਸੈਲੀਬ੍ਰਿਟੀਜ਼ ਆ ਹੈ ਨਾ, ਸੈਲੀਬ੍ਰਿਟੀਜ਼ ਦੇ ਵੀ ਅਸਿਸਟੈਂਟ ਹੁੰਦੇ ਆ ਨਾ। ਜਦੋਂ ਸੈਲੀਬ੍ਰਿਟੀਜ਼ ਨੂੰ ਕਾਲ ਸੈਲੀਬ੍ਰਿਟੀਜ਼ ਨੂੰ ਕਾਲ ਨਹੀਂ ਕਰਦੇ, ਅਸਿਸਟੈਂਟ ਨੂੰ ਕਾਲ ਕਰਦੇ। ਸੋ ਅਸਿਸਟੈਂਟ ਕੀ ਹੋ ਗਏ ਆ? ਲੋਅਰ ਮਿਡਲ ਲੈਵਲ ਮੈਨੇਜਮੈਂਟ, ਠੀਕ ਹੈ ਜੀ। ਫੰਕਸ਼ਨਸ ਕੀ ਆ? ਇੰਟਰਪ੍ਰੈਟਿੰਗ ਦ ਪੋਲਿਸੀਜ਼ ਫਾਰਮੂਲੇਟਡ ਬਾਈ ਟੌਪ ਲੈਵਲ ਮੈਨੇਜਮੈਂਟ ਸੋ ਦੈਟ ਦੋਜ਼ ਪੋਲਿਸੀਜ਼ ਮੇ ਬੀ ਇੰਪਲੀਮੈਂਟ। ਕਹਿੰਦੇ ਇਹਦੇ ਵਿੱਚ ਫਸਟ ਆਫ ਆਲ ਇਹੀ ਚੀਜ਼ ਆਉਂਦੀ ਆ ਕਿ ਜਿਹੜੀਆਂ ਟੌਪ ਮੈਨੇਜਮੈਂਟ ਨੇ ਜਿਹੜੀਆਂ ਪੋਲਿਸੀਜ਼ ਬਣਾਈਆਂ ਉਹ ਮਿਡਲ ਮੈਨੇਜਮੈਂਟ ਨੇ ਕਿਹਨੂੰ ਦੱਸਣੀਆਂ ਜਾ ਕੇ? ਲੋਅਰ ਮੈਨੇਜਮੈਂਟ ਨੂੰ, ਠੀਕ ਹੈ ਜੀ। ਤੇ ਟੂ ਡਿਟਰਮਾਈਨ ਦ ਡਿਊਟੀਜ਼ ਐਂਡ ਰਿਸਪੋਂਸਿਬਿਲਿਟੀਜ਼ ਆਫ ਵੇਰੀਅਸ ਇੰਪਲੋਇਜ਼ ਫॉर ਇਫੈਕਟਿਵ ਐਂਡ ਐਫੀਸ਼ੀਐਂਟ ਇੰਪਲੀਮੈਂਟੇਸ਼ਨ ਆਫ ਪਲਾਨਸ। ਹੁਣ ਇਹਦੇ ਵਿੱਚ ਉਹ ਆਪਣੇ ਆਪ ਕਹਿ ਰਿਹਾ ਕਿ ਜਦੋਂ ਆਪਾਂ ਪੋਲਿਸੀਜ਼ ਜਿਹੜੀਆਂ ਬਣਾਈਆਂ ਟੌਪ ਲੈਵਲ ਮੈਨੇਜਮੈਂਟ ਨੇ ਤੇ ਮਿਡਲ ਮੈਨੇਜਮੈਂਟ ਨੇ ਉਹ ਕੰਮ ਕਰਵਾਉਣਾ ਕਿਹਦੇ ਕੋਲ ਕਰਵਾਉਣਾ? ਲੋਅਰ ਮੈਨੇਜਮੈਂਟ ਤੋਂ। ਤਾਂ ਉਹਨਾਂ ਨੂੰ ਕੀ ਦੇਣੀਆਂ ਵਾ? ਡਿਊਟੀਜ਼ ਦੇਣੀਆਂ ਤੇ ਰਿਸਪੋਂਸਿਬਿਲਿਟੀਜ਼ ਦੇਣੀਆਂ ਲੋਅਰ ਲੈਵਲ ਮੈਨੇਜਮੈਂਟ ਨੂੰ, ਠੀਕ ਹੈ। ਕਮਿਊਨੀਕੇਟਿੰਗ ਦ ਗਾਈਡਲਾਈਨਸ ਐਂਡ ਆਰਡਰਸ ਆਫ ਟੌਪ ਮੈਨੇਜਮੈਂਟ ਟੂ ਦ ਲੋਅਰ ਲੈਵਲ ਮੈਨੇਜਮੈਂਟ। ਉਹੀ ਗੱਲ ਹੋ ਗਈ ਨਾ ਕਿ ਜੋ ਟੌਪ ਮੈਨੇਜਮੈਂਟ ਤੋਂ ਕੰਮ ਮਿਲਿਆ ਵਾ
ਮਿਡਲ ਮੈਨੇਜਮੈਂਟ ਨੇ ਕਰਵਾਉਣਾ, ਪਰ ਕਿਹਦੇ ਕੋਲ ਕਰਵਾਉਣਾ ਵਾ, ਲੋਵਰ ਮੈਨੇਜਮੈਂਟ ਤੋਂ। ਤੁਹਾਨੂੰ ਸਾਰਾ ਕੁਝ ਦੱਸਣਾ ਕਿ ਟੌਪ ਮੈਨੇਜਮੈਂਟ ਤੁਹਾਡੇ ਕੋਲ ਕੀ ਚਾਹੁੰਦੀ ਹੈ, ਠੀਕ ਹੈ। ਟੂ ਐਸਟੈਬਲਿਸ਼ ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਇਨ ਦ ਵਰਕਿੰਗ ਆਫ ਵੇਰੀਅਸ ਡਿਪਾਰਟਮੈਂਟ। ਇਹਦੇ ਵਿੱਚ ਕੋਈ ਹੈ ਕਿ ਮਿਡਲ ਮੈਨੇਜਮੈਂਟ ਇੱਕ ਇੱਦਾਂ ਦਾ ਵਾ ਕਿ ਜਿੰਨੇ ਆਪਸ ਦੇ ਵਿੱਚ ਕੋਆਪਰੇਸ਼ਨ ਰੱਖਣੀ ਹੁੰਦੀ ਹੈ, ਜਿੰਨੇ ਕਿ ਆਪਸ ਦੇ ਵਿੱਚ ਤਾਲਮੇਲ ਰੱਖਣਾ, ਤਾਂ ਕਿਹਦੇ ਨਾਲ, ਅੱਪਰ ਦੇ ਨਾਲ ਵੀ, ਟੌਪ ਮੈਨੇਜਮੈਂਟ ਦੇ ਨਾਲ ਵੀ, ਤੇ ਲੋਵਰ ਮੈਨੇਜਮੈਂਟ ਦੇ ਨਾਲ ਵੀ, ਠੀਕ ਹੈ। ਟੂ ਇਨਕਰੇਜ ਐਂਡ ਮੋਟੀਵੇਟ subordinates to achieve higher level of efficiency and productivity। ਕਹਿੰਦੇ ਆ ਕਿ ਇਹਦੇ ਵਿੱਚ ਹੁਣ ਇੱਕ ਗੱਲ ਹੋਰ ਹੋ ਗਈ ਕਿ ਮਿਡਲ ਮੈਨੇਜਮੈਂਟ ਇੱਕ ਇੱਦਾਂ ਦਾ ਵਾ, ਮਿਡਲ ਲੈਵਲ ਮੈਨੇਜਮੈਂਟ ਇੱਕ ਇੱਦਾਂ ਦਾ ਵਾ ਕਿ ਜਿੰਨੇ ਕਿ ਆਪਣੇ ਵਰਕਰਸ ਨੂੰ, ਜਿਹੜੇ ਲੋਅਰ ਲੈਵਲ ਮੈਨੇਜਮੈਂਟ ਨੂੰ ਮੋਟੀਵੇਟ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਕੰਮ ਕਰੋ ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਕੀ ਮਿਲ ਸਕੇ, ਬੋਨਸ ਮਿਲ ਸਕੇ। ਟੂ ਕਲੈਕਟ ਦ ਇਨਫੋਰਮੇਸ਼ਨ ਅਬਾਊਟ ਦ ਵਰਕਿੰਗ ਆਫ ਆਰਗੇਨਾਈਜੇਸ਼ਨ ਐਂਡ ਟੂ ਪ੍ਰੀਪੇਅਰ ਰਿਪੋਰਟਸ। ਮਿਡਲ ਮੈਨੇਜਮੈਂਟ ਨੇ ਹੀ ਕਲੈਕਟ ਕਰਨਾ ਕਿ ਲੋਅਰ ਲੈਵਲ ਦੇ ਵਰਕਰਸ ਕਿਹੜੇ ਕਿਹੜੇ ਕੰਮ ਕਰਦੇ ਤੇ ਕਿਹੜੇ ਕਿਹੜੇ ਨਹੀਂ ਕਰਦੇ, ਤੇ ਉਹਨਾਂ ਦੀ ਰਿਪੋਰਟ ਕਿਹਨੂੰ ਕਰਨੀ ਹੈ, ਟੌਪ ਲੈਵਲ ਮੈਨੇਜਮੈਂਟ ਨੂੰ, ਠੀਕ ਹੈ। ਟੂ ਵੈਲੂਏਟ ਪਰਫਾਰਮੈਂਸ ਆਫ ਸਬঅਰਡੀਨੇਟਸ ਫਰਮ ਟਾਈਮ ਟੂ ਟਾਈਮ। ਵੈਲੂਏਟ ਦਾ ਮਤਲਬ ਕੀ ਹੁੰਦਾ ਕਿ ਟਾਈਮ ਟੂ ਟਾਈਮ, ਮਹੀਨੇ ਬਾਅਦ ਜਾਂ 10 ਦਿਨਾਂ ਬਾਅਦ ਰਿਪੋਰਟ ਤਿਆਰ ਕਰਨੀ ਕਿ ਕਿਹੜਾ ਵਰਕਰ ਕੰਮ ਕਰ ਰਿਹਾ, ਕਿਹੜਾ ਵਰਕਰ ਨਹੀਂ ਕੰਮ ਕਰ ਰਿਹਾ, ਤਾਂ ਉਹਦੀ ਰਿਪੋਰਟ ਕਿਹਨੂੰ ਦੇਣੀ ਹੁੰਦੀ ਹੈ, ਫਿਰ ਟੌਪ ਲੈਵਲ ਮੈਨੇਜਮੈਂਟ ਨੂੰ। ਟੂ ਸਬਮਿਟ ਰਿਪੋਰਟਸ ਟੂ ਦ ਟੌਪ ਲੈਵਲ ਮੈਨੇਜਮੈਂਟ ਅਬਾਊਟ ਦ ਵਰਕਿੰਗ ਆਫ ਆਰਗੇਨਾਈਜੇਸ਼ਨ। ਮਿਡਲ ਲੈਵਲ ਮੈਨੇਜਮੈਂਟ ਨੇ ਹੀ ਦੱਸਣਾ ਹੁੰਦਾ ਕਿ ਕਿੰਨਾ ਕੰਮ ਵਰਕਰਸ ਨੇ ਕਰਤਾ ਤੇ ਰਿਪੋਰਟ ਕਿਹਨੂੰ ਦੇਣੀ ਹੁੰਦੀ, ਫਿਰ ਇਹੀ ਬਾਰ-ਬਾਰ ਉਹੀ ਚੀਜ਼ ਕਮਾਉਂਦੇ ਆ ਕਿ ਉਹੀ ਰਿਪੋਰਟ ਬਣਾ ਕੇ ਕਿਹਨੂੰ ਦੇਣੀ ਹੁੰਦੀ, ਟੌਪ ਲੈਵਲ ਮੈਨੇਜਮੈਂਟ ਨੂੰ। ਟੂ ਗਿਵ ਰਿਕਮੈਂਡੇਸ਼ਨਸ ਟੂ ਟੌਪ ਲੈਵਲ ਮੈਨੇਜਮੈਂਟ ਅਬਾਊਟ ਰਿਫਾਰਮਸ ਇਨ ਐਂਡ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ। ਕਹਿੰਦਾ ਕਿ ਰਿਕਮੈਂਡੇਸ਼ਨਸ ਕਿਤੇ ਗਲਤੀ ਵੀ ਇਹ ਦੱਸਦਾ ਹੈ ਕਿ ਮਿਡਲ ਲੈਵਲ ਮੈਨੇਜਮੈਂਟ ਕਿ ਵਰਕਰਸ ਕੀ ਚਾਹੁੰਦੇ ਨੇ, ਕਿ ਰਿਕਮੈਂਡ ਕਰਦਾ ਹੈ ਕਿ ਵਰਕਰਸ ਤੁਸੀਂ ਆਪਾਂ ਇੱਦਾਂ ਬਿਹੇਵ ਕਰਨ ਦੇ ਵਰਕਰਸ ਦੇ ਨਾਲ, ਇੱਦਾਂ ਨਹੀਂ ਕਰਨਾ। ਕਿਤੇ ਗਲਤੀ ਜੇ ਹੋ ਜਾਂਦੀ ਟੌਪ ਲੈਵਲ ਮੈਨੇਜਮੈਂਟ ਨੂੰ, ਤਾਂ ਉਹਨਾਂ ਨੂੰ ਰਿਕਮੈਂਡੇਸ਼ਨਸ ਪ੍ਰੋਵਾਈਡ ਕਰਦਾ ਹੈ। ਰਿਕਮੈਂਡੇਸ਼ਨਸ ਦਾ ਮਤਲਬ ਕਿ ਉਹਨਾਂ ਨੂੰ ਸਲਾਹ ਦਿੰਦਾ ਹੈ ਕਿ ਤੁਸੀਂ ਆਹ ਕਰੋ, ਇਹਦੇ ਨਾਲ ਵਰਕਰਸ ਜ਼ਿਆਦਾ ਵਧੀਆ ਕੰਮ ਕਰਨਗੇ। ਟੂ ਸਿਲੈਕਟ ਅਪਰੋਪ੍ਰੀਏਟ ਇੰਪਲੋਇਜ਼ ਫॉर ਵੇਰੀਅਸ ਫੰਕਸ਼ਨਲ ਐਂਡ ਸੁਪਰਵਾਈਜ਼ਰੀ ਪੋਸਟ। ਕਹਿੰਦਾ ਕਿ ਇੱਕ ਮਿਡਲ ਕਿਉਂਕਿ ਟੌਪ ਮੈਨੇਜਮੈਂਟ ਨੂੰ ਨਹੀਂ ਪਤਾ ਹੁੰਦਾ ਕਿਹੜਾ ਵਰਕਰ ਕੀ ਕੰਮ ਕਰ ਰਿਹਾ, ਇਹ ਮਿਡਲ ਮੈਨੇਜਮੈਂਟ ਨੂੰ ਹੀ ਪਤਾ ਹੁੰਦਾ ਕਿ ਕਿਹੜਾ ਵਰਕਰ ਵਧੀਆ ਕੰਮ ਕਰ ਰਿਹਾ। ਸੋ ਵਰਕਰਸ ਨੂੰ ਉਹਨਾਂ ਦੇ ਅਕੋਰਡਿੰਗ ਹੀ ਪੋਸਟ ਦੇਣੀ, ਉਹ ਕਿੰਨੇ ਦੇਣੀ ਆ, ਮਿਡਲ ਲੈਵਲ ਮੈਨੇਜਮੈਂਟ ਨੇ। ਬੱਚੇ ਇਹਦੇ ਵਿੱਚ ਟੌਪ ਲੈਵਲ ਮੈਨੇਜਮੈਂਟ ਨੇ ਕੰਮ ਕਿਹਨੂੰ ਦੱਸਣਾ, ਮਿਡਲ ਨੇ, ਤੇ ਮਿਡਲ ਨੇ ਕਿਹਦੇ ਕੋ ਕਰਵਾਉਣਾ, ਲੋਵਰ ਕੋ। ਸੋ ਮਿਡਲ ਹੀ ਇੱਕ ਵਿੱਚ ਲਿੰਕ ਆ ਨਾ, ਟੌਪ ਲੋਵਰ ਨੂੰ ਨਹੀਂ ਮਿਲਦਾ, ਸਮਝ ਆ ਗਈ ਨਾ, ਤੇ ਲੋਵਰ ਟੌਪ ਨੂੰ ਨਹੀਂ ਮਿਲਦਾ, ਤੇ ਮਿਡਲ ਜਿਹੜਾ ਵਾ ਉਹ ਦੋਵਾਂ ਨੂੰ ਮਿਲਦਾ, ਠੀਕ ਹੈ। ਹੁਣ ਫੋਰ ਐਗਜ਼ਾਮਪਲ ਜਿੱਦਾਂ ਦੇਖੋ ਕਿ ਪ੍ਰਿੰਸੀਪਲ ਸਰ ਆ ਤੁਹਾਡੇ ਟੌਪ ਮੈਨੇਜਮੈਂਟ ਹੈ, ਠੀਕ ਹੈ, ਤੇ ਜਿੱਦਾਂ ਪਾਕਰ ਸਰ ਕੀ ਹੋ ਗਏ ਮਿਡਲ ਲੈਵਲ ਮੈਨੇਜਮੈਂਟ, ਐਂਡ ਲੋਵਰ ਤੁਹਾਡੇ ਸਕੂਲ ਦੇ ਵਿੱਚ ਕੌਣ ਹੋ ਗਏ, ਸੇਵਾਦਾਰ ਨੇ। ਹੁਣ ਸੇਵਾਦਾਰੀਆਂ ਸਿੱਧਾ ਪ੍ਰਿੰਸੀਪਲ ਸਰ ਕੋ ਨਹੀਂ ਜਾਂਦੀਆਂ, ਕਿਹਦੇ ਕੋਲ ਜਾਂਦੀਆਂ, ਪਾਕਰ ਸਰ ਕੋ। ਤੇ ਐਂਡ ਜੇ ਕੋਈ ਪ੍ਰੋਬਲਮ ਹੁੰਦੀ ਹੈ ਤੇ ਪਾਕਰ ਸਰ ਜਾ ਕੇ ਕਿਹਨੂੰ ਦੱਸਦੇ, ਜਾ ਕੇ ਪ੍ਰਿੰਸੀਪਲ ਸਰ ਨੂੰ। ਸੋ ਇਹਦੇ ਵਿੱਚ ਲਿੰਕ ਸਮਝ ਆਇਆ ਤੁਹਾਨੂੰ, ਠੀਕ ਹੈ। ਥਰਡ ਵਨ ਇਜ਼ ਦਾ ਲੋਅਰ ਲੈਵਲ ਮੈਨੇਜਮੈਂਟ ਔਰ ਸੁਪਰਵਾਈਜ਼ਰੀ ਲੈਵਲ ਮੈਨੇਜਮੈਂਟ ਔਰ ਆਪਰੇਟਿੰਗ ਲੈਵਲ ਮੈਨੇਜਮੈਂਟ। ਕਹਿੰਦੇ ਕਿ ਲੋਅਰ ਲੈਵਲ ਮੈਨੇਜਮੈਂਟ ਦੇ ਵਿੱਚ the lower level of management is called lower level management। ਉਹੀ this class of managers includes superintendents, supervisors and foremen। ਉਹੀ workers ਹੋ ਗਏ ਜਿਹੜੇ, supervisors ਜਿਹੜੇ ਦੇਖਦੇ ਆ ਕੰਮ ਨੂੰ, ਠੀਕ ਹੈ, and foremen ਜਿਹੜੇ ਕੰਮ ਕਰਦੇ ਆ, ਠੀਕ ਹੈ। that is why lower ਦੇ ਵਿੱਚ ਜਿਹੜੇ workers ਕੰਮ ਕਰਦੇ ਉਹਨੂੰ ਆਪਾਂ ਕੀ ਕਹਿੰਦੇ ਨੇ, lower level management, ਠੀਕ ਹੈ। this is why lower level management is called as an supervisory level management। ਜਿਹੜਾ ਦੂਜਾ ਨਾਮ ਕੀ ਹੈ, supervisory level management, ਠੀਕ ਹੈ। the real operating responsibility in the organization lies with this level of management। ਕਹਿੰਦੇ ਕਿ ਸਿੱਧੀ ਜੀ ਗੱਲ ਆ, ਸਾਰੀ ਰਿਸਪੌਂਸਿਬਿਲਿਟੀ ਕਿੰਨਾ ਉੱਤੇ ਹੁੰਦੀ ਆ, ਲੋਵਰ ਤੇ, ਕਿਉਂਕਿ ਲੋਵਰ ਨੇ ਕੰਮ ਕਰਕੇ ਦੇਣਾ ਹੁੰਦਾ, ਕਿਹਨੂੰ ਕੰਮ ਕਰਕੇ ਦੇਣਾ ਹੁੰਦਾ, ਮਿਡਲ ਨੂੰ ਤੇ ਟੌਪ ਲੈਵਲ ਮੈਨੇਜਮੈਂਟ। ਸੋ ਸਾਰੀਆਂ ਡਿਊਟੀਆਂ ਕਿਹਦੇ ਸਿਰ ਤੇ ਹੁੰਦੀਆਂ ਵਾ, ਲੋਵਰ ਲੈਵਲ ਮੈਨੇਜਮੈਂਟ ਤੇ, ਠੀਕ ਹੈ। ਫਸਟ ਆਫ ਆਲ ਇਹਦੇ ਫੰਕਸ਼ਨਸ ਕੀ ਆ, ਟੂ ਪਲਾਨ ਰੂਟੀਨ ਐਕਟੀਵਿਟੀਜ਼ ਇਨ ਅਕੋਰਡੈਂਸ ਵਿਦ ਦ ਡਾਇਰੈਕਸ਼ਨ ਆਫ ਮਿਡਲ ਲੈਵਲ ਮੈਨੇਜਮੈਂਟ। ਕਹਿੰਦੇ ਆ ਕਿ ਜੋ ਮਿਡਲ ਨੇ ਕਹਿਤਾ ਇਹਨਾਂ ਨੂੰ ਕਰਨਾ ਹੀ ਪੈਣਾ ਵਾ, ਤੇ ਇਹਨਾਂ ਨੂੰ ਕਰਨਾ ਪੈਣਾ ਵਾ, ਕਿ ਮਿਡਲ ਨੇ ਕਹਿਤਾ ਕਿ ਤੁਸੀਂ ਅੱਜ ਕੰਮ ਕਰਨਾ ਹੀ ਕਰਨਾ, ਜਿਹੜਾ ਪਾਕਰ ਸਰ ਸੇਵਾਦਾਰੀਆਂ ਨੂੰ ਕਹਿ ਦੇਣ ਕਿ ਤੁਸੀਂ ਆਹ ਕੰਮ ਅੱਜ ਦਾ ਦਿਨ ਕਰਨਾ ਹੀ ਕਰਨਾ ਹੈ, ਤਾਂ ਸੋ ਉਹਨਾਂ ਨੇ ਪਲਾਨ ਕਰਨਾ ਹੈ ਲੋਅਰ ਲੈਵਲ ਨੇ ਕਿ ਮੈਂ ਆਹ ਕੰਮ ਅੱਜ ਦੇ ਦਿਨ ਕਿੱਦਾਂ ਕਰੂੰਗਾ, ਠੀਕ ਹੈ। ਨੈਕਸਟ ਵਨ ਇਜ਼ ਟੂ ਐਕਟ ਐਜ਼ ਅ ਲਿੰਕ ਬਿਟਵੀਨ ਮਿਡਲ ਲੈਵਲ ਮੈਨੇਜਮੈਂਟ ਐਂਡ ਵਰਕਰਸ। ਉਹੀ ਗੱਲ ਹੋ ਗਈ ਆ ਕਿ ਜਿਹੜਾ ਲੋਅਰ ਲੈਵਲ ਮੈਨੇਜਮੈਂਟ ਆ ਉਹ ਲਿੰਕ ਬਣ ਜਾਂਦਾ ਹੈ ਕਿਸੇ ਵੇਲੇ ਕਿੱਦਾਂ ਵਰਕਰਸ ਦੇ ਵਿੱਚ ਤੇ ਮਿਡਲ ਲੈਵਲ ਮੈਨੇਜਮੈਂਟ ਦੇ। ਹੁਣ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਰੇ ਇਹਦੇ ਵਿੱਚ ਇੱਕ ਚੀਜ਼ ਇਹ ਵੀ ਆ ਜਾਂਦੀ ਆ ਕਿ ਹਰ ਇੱਕ ਵਰਕਰ ਜਾ ਕੇ ਪਾਕਰ ਸਰ ਕੋਲ ਨਹੀਂ ਜਾ ਸਕਦਾ, ਵਰਕਰ ਦਾ ਵੀ ਇੱਕ ਕੀ ਹੁੰਦਾ, ਹੈੱਡ ਹੁੰਦਾ, ਠੀਕ ਹੈ। ਹੈੱਡ ਨੇ ਕੰਪਲੇਂਟਸ ਲੈ ਕੇ ਜਾਣੀਆਂ। ਸੋ ਇੱਥੇ ਗੱਲ ਹੋ ਰਹੀ ਹੈ ਕਿ ਜਿਹੜਾ ਹੈੱਡ ਆ ਉਹ ਲਿੰਕ ਕਿਹਦੇ ਵਿੱਚ ਪ੍ਰੋਵਾਈਡ ਕਰਦਾ, ਵਰਕਰਸ ਤੇ ਮਿਡਲ ਲੈਵਲ ਮੈਨੇਜਮੈਂਟ ਦੇ ਵਿੱਚ। ਜਿਹੜਾ ਹੈੱਡ ਆ ਵਰਕਰਸ ਦਾ, ਉਹਨੇ ਜਾਣਾ ਹੈ ਕਿਹਦੇ ਕੋਲ ਜਾਣਾ ਹੈ, ਪਾਕਰ ਸਰ ਕੋਲ, ਕਿ ਵਰਕਰਸ ਆਹ ਚੀਜ਼ ਡਿਮਾਂਡ ਕਰ ਰਹੇ ਨੇ ਜਾਂ ਸੇਵਾਦਾਰੀਆਂ ਆਹ ਚੀਜ਼ ਡਿਮਾਂਡ ਕਰ ਰਹੀਆਂ। ਸਾਰੀਆਂ ਸੇਵਾਦਾਰੀਆਂ ਨਹੀਂ ਜਾ ਸਕਦੀਆਂ, ਓਕੇ, ਕਿ ਇੱਕ ਹੈੱਡ ਹੋਊਗਾ ਜਾਂ ਕੋਈ ਵੀ ਹੈੱਡ ਹੋਊਗਾ ਉਹਨੇ ਹੀ ਜਾਣਾ, ਤੇ ਉਹ ਲਿੰਕ ਆ ਵਰਕਰਸ ਨੂੰ ਆ ਕੇ ਉਹਨੇ ਦੱਸਣਾ ਕਿ ਪਾਕਰ ਸਰ ਕੀ ਕਹਿ ਰਹੇ ਨੇ
ਤੇ ਵਰਕਰਸ ਦੀ ਜੋ ਇਨਫੋਰਮੇਸ਼ਨ ਉਹਨੇ ਪ੍ਰੋਵਾਈਡ ਕਰਨੀ ਬਾਕਰ ਸਰ ਨੂੰ, ਠੀਕ ਹੈ। ਟੂ ਮੇਕ ਅਵੇਲੇਬਲ ਰਿਕੁਐਸਟ ਇਕਵਿਪਮੈਂਟ ਟੂ ਦ ਵਰਕਰਸ ਫॉर ਪਰਫਾਰਮਿੰਗ देयर ਫੰਕਸ਼ਨਸ। ਕਹਿੰਦੇ ਆ ਕਿ ਲੋਅਰ ਲੈਵਲ ਮੈਨੇਜਮੈਂਟ ਨੇ ਹੀ ਵਰਕਰਸ ਨੂੰ, ਦੇਖੋ ਹੁਣ ਬੱਚੇ ਜਿਹੜਾ ਉਹਨਾਂ ਦਾ ਹੈੱਡ ਹੈ ਉਹਨੇ ਕੀ ਪ੍ਰੋਵਾਈਡ ਕਰਨਾ ਹਰ ਇੱਕ ਵਰਕਰ ਨੂੰ। ਹੁਣ ਜੇ ਵਰਕਰ ਨੂੰ ਕੋਈ ਵੀ ਚੀਜ਼ ਦੀ ਇਕਵਿਪਮੈਂਟ ਚਾਹੀਦਾ ਵਾ, ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਕਿੰਨੇ ਪ੍ਰੋਵਾਈਡ ਕਰਨੀ ਹੈ, ਹੈੱਡ ਨਹੀਂ ਕਰਨੀ ਹੈ, ਲੋਅਰ ਲੈਵਲ ਮੈਨੇਜਮੈਂਟ ਦੇ ਹੈੱਡ ਨੇ, ਠੀਕ ਹੈ। ਨੈਕਸਟ ਵਨ ਇਜ਼ ਟੂ ਟ੍ਰੇਨ ਦ ਵਰਕਰਸ ਵਾਈਲ ਦੇ ਵਰਕ ਸੋ ਦੈਟ ਦੇਰ ਇਜ਼ ਇੰਪਰੂਵਮੈਂਟ ਇਨ ਐਫੀਸ਼ੀਐਂਸੀ ਐਂਡ ਇਨਕਰੀਜ਼ ਇਨ ਪ੍ਰੋਡਕਟਿਵਿਟੀ। ਉਹੀ ਗੱਲ ਹੋ ਗਈ, ਹੈੱਡ ਨੇ ਹੀ ਹਰ ਇੱਕ ਵਰਕਰ ਨੂੰ ਕੀ ਕਰਨਾ, ਟ੍ਰੇਨ ਕਰਨਾ ਕਿ ਉਹ ਆਪਣੇ ਆਪ 'ਚ ਬੈਸਟ ਦੇ ਸਕਣ, ਠੀਕ ਹੈ ਜੀ। ਟੂ ਮੇਨਟੇਨ ਐਪਰੋਪ੍ਰੀਏਟ ਡਿਸਪਲਿਨ ਇਨ ਦ ਵਰਕਰਸ ਆਫ ਦ ਆਰਗੇਨਾਈਜੇਸ਼ਨ। ਉਹ ਜਿਹੜਾ ਹੈੱਡ ਆ ਉਹਨੇ ਹੀ ਸਾਰੇ ਵਰਕਰਸ ਦੀ ਕੀ ਕਰਨੀ ਹੈ, ਡਿਸਪਲਿਨ ਮੇਨਟੇਨ ਕਰਨਾ ਕਿ ਕੋਈ ਵਰਕਰ ਜਿਹੜਾ ਵਾ ਇਨਡਿਸਪਲਿਨ ਨਾ ਕ੍ਰੀਏਟ ਕਰੇ, ਠੀਕ ਹੈ। ਟੂ ਇੰਸ਼ੋਰ ਦ ਸੇਫਟੀ ਆਫ ਦ ਵਰਕਰਸ ਆਫ ਦ ਆਰਗੇਨਾਈਜੇਸ਼ਨ। ਇਹ ਤੁਹਾਨੂੰ ਸਮਝ ਆ ਰਹੀ ਹੈ ਕਿ ਵਰਕਰਸ ਦੀ ਸੇਫਟੀ ਦਾ ਵੀ ਧਿਆਨ ਰੱਖਣਾ, ਇਹ ਨਹੀਂ ਹੈ ਕਿ ਵਰਕਰਸ ਦੀ ਸੇਫਟੀ ਦਾ ਧਿਆਨ ਹੀ ਨਹੀਂ ਰੱਖਣਾ। ਟੂ ਚੈੱਕ ਦ ਵੇਸਟੇਜ ਆਫ ਰਿਸੋਰਸਿਸ ਐਂਡ ਰॉ ਮਟੀਰੀਅਲ ਸੋ ਦੈਟ ਦੇਅਰ ਆਪਟੀਮਮ ਯੂਟੀਲਾਈਜੇਸ਼ਨ ਮੇ ਬੀ ਮੇਡ। ਕਹਿੰਦੇ ਆ ਕਿ ਜਿਹੜਾ ਲੋਅਰ ਮੈਨੇਜਮੈਂਟ ਦਾ ਹੈੱਡ ਆ, ਜਿਹੜਾ ਸੁਪਰਵਾਈਜ਼ਰ ਆ, ਬੱਚੇ ਇਹਦੇ ਵਿੱਚ ਸੁਪਰਵਾਈਜ਼ਰ ਦਾ ਮਤਲਬ ਉਹੀ ਗੱਲ ਹੋ ਗਈ ਨਾ, ਇੱਥੇ ਵੇਖੋ ਤੁਸੀਂ ਪੜ੍ਹਿਆ ਨਾ ਸੁਪਰਵਾਈਜ਼ਰ ਦਾ ਮਤਲਬ ਇਹ ਹੈ ਕਿ ਜਿਹੜਾ ਹੈੱਡ ਆ ਜਿਹਨੇ ਕੰਮ ਕਰਵਾਉਣਾ ਵਰਕਰਸ ਤੋਂ। ਤੇ ਲੋਅਰ ਮੈਨੇਜਮੈਂਟ ਦਾ ਵੀ ਇੱਕ ਹੈੱਡ ਹੁੰਦਾ, ਠੀਕ ਹੈ। ਜਦੋਂ ਉਹਨੇ ਕੰਮ ਕਰਵਾਉਣਾ ਹੈ ਤਾਂ ਉਹ ਇਹ ਚੀਜ਼ ਵੇਖਦਾ ਹੈ ਕਿ ਵਰਕਰਸ ਕਿਤੇ ਇਹ ਤਾਂ ਨਹੀਂ ਹੈ ਕਿ ਸਮਾਨ ਖਰਾਬ ਕਰੀ ਜਾਂਦੇ। ਜੇ ਕੋਈ ਪ੍ਰੋਡਕਟ ਬਣਦਾ ਇਹ ਥੋੜ੍ਹੀ ਹੈ ਕਿ ਛੇਤੀ ਛੇਤੀ ਪ੍ਰੋਡਕਟ ਬਣਾਈ ਜਾਂਦੇ ਬਟ ਸਾਰਾ ਸਮਾਨ ਕੀ ਕਰੀ ਜਾਂਦਾ, ਵੇਸਟ। ਸੋ ਸੁਪਰਵਾਈਜ਼ਰ ਨੇ ਵੇਖਣਾ ਕਿ ਸਮਾਨ ਵੀ ਵੇਸਟ ਨਾ ਹੋਵੇ ਆਰਗੇਨਾਈਜੇਸ਼ਨ ਦਾ, ਠੀਕ ਹੈ। ਟੂ ਇਨਸ਼ੋਰ ਕੰਟੀਨਿਊਸ ਸੁਪਰਵਾਈਜ਼ਨ ਕੰਟਰੋਲ ਐਂਡ ਐਵੈਲੂਏਸ਼ਨ ਆਫ ਦ ਪਰਫਾਰਮੈਂਸ ਆਫ ਦ ਵਰਕਰਸ। ਕਹਿੰਦੇ ਉਹਨੇ ਬਾਰ-ਬਾਰ ਸੁਪਰਵਾਈਜ਼ਰ ਨੇ, ਜਿਹੜਾ ਲੋਅਰ ਹੈੱਡ ਦਾ ਮੈਨੇਜਰ ਆ, ਉਹਨੇ ਬਾਰ-ਬਾਰ ਹੀ ਕੀ ਕਰਨਾ ਵਾ, ਸੁਪਰਵਾਈਜ਼ ਆਣ ਕੇ ਕਰਨਾ ਕਿ ਵਰਕਰਸ ਕੰਮ ਕਰ ਰਹੇ ਨੇ ਆਪਣਾ, ਤਾਂ ਉਹਨਾਂ ਦੇ ਕੰਮ ਨੂੰ ਕੀ ਕਰਨਾ, ਉਹਨੇ ਇਵੈਲੂਏਟ ਕਰਨਾ ਕਿ ਕੰਮ ਸਹੀ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ, ਠੀਕ ਹੈ। ਟੂ ਡਿਵੈਲਪ ਬੈਟਰ ਹਿਊਮਨ ਰਿਲੇਸ਼ਨ ਇਨ ਦ ਆਰਗੇਨਾਈਜੇਸ਼ਨ ਐਂਡ ਟੂ ਸੋਲਵ ਦ ਪ੍ਰੋਬਲਮਸ ਆਫ ਦ ਵਰਕਰਸ। ਉਹੀ ਹੈੱਡ ਨੇ, ਲੋਅਰ ਮੈਨੇਜਰ ਨੇ, ਲੋਅਰ ਲੈਵਲ ਮੈਨੇਜਮੈਂਟ ਦਾ ਜਿਹੜਾ ਹੈੱਡ ਆ ਦੈਟ ਮੀਨਸ ਸੁਪਰਵਾਈਜ਼ਰ ਆ, ਉਹਨੇ ਇਹ ਦੇਖਣਾ ਵਾ ਕਿ ਆਪਸ ਦੇ ਵਿੱਚ ਵਰਕਰਸ ਦੇ ਇੱਕ ਦੂਜੇ ਨਾਲ ਲੜਨ ਤੇ ਨਹੀਂ ਦੇ। ਵਰਕਰਸ ਜੇ ਲੜਦੇ ਆ ਤੇ ਉਹਨਾਂ ਦੇ ਆਪਸ ਦੇ ਵਿੱਚ ਸੌਰਟ ਆਊਟ ਕਰਨੀਆਂ ਪ੍ਰੋਬਲਮਸ, ਠੀਕ ਹੈ। ਇਫ ਦ ਪ੍ਰੋਬਲਮ ਆਫ ਦ ਵਰਕਰਸ ਡੂ ਨਾਟ ਗੈਟ ਸੋਲਵਡ ਐਟ ਲੋਅਰ ਲੈਵਲ ਦੈਨ ਰਿਪੋਰਟ ਦੀਸ ਪ੍ਰੋਬਲਮ ਟੂ ਮਿਡਲ ਲੈਵਲ ਮੈਨੇਜਮੈਂਟ। ਕਹਿੰਦਾ ਕਿ ਜੇ ਉਹਦੇ ਕੋਲ ਸੁਪਰਵਾਈਜ਼ਰ ਕੋਲ ਨਹੀਂ ਸੋਲਵ ਆਊਟ ਹੁੰਦਾ ਕਿ ਵਰਕਰਸ ਆਪਸ 'ਚ ਲੜੀ ਜਾ ਰਹੇ ਨੇ ਜਾਂ ਵਰਕਰ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਸੁਪਰਵਾਈਜ਼ਰ ਦਾ, ਤਾਂ ਉਹਨੇ ਕਹਿਣਾ ਤੂੰ ਕੌਣ ਹੁੰਦਾ, ਤੂੰ ਵੀ ਤਾਂ ਸਾਡੇ ਵਰਗਾ ਹੀ ਆ, ਇਹ ਆ ਕਿ ਤੈਨੂੰ ਮੈਨੇਜਮੈਂਟ ਨੇ ਹੈੱਡ ਬਣਾਇਆ। ਤਾਂ ਫਿਰ ਉਹ ਕੀ ਕਰ ਸਕਦਾ, ਉਹ ਜਿਹੜਾ ਲੋਅਰ ਲੈਵਲ ਮੈਨੇਜਮੈਂਟ ਦਾ ਹੈੱਡ ਆ ਉਹ ਕਿਹਨੂੰ ਰਿਪੋਰਟ ਜਾ ਕੇ ਕਰੂਗਾ ਕਿ ਮੇਰੀ ਤਾਂ ਗੱਲ ਮੰਨਦੇ ਨਹੀਂ ਆ, ਕਿਹਨੂੰ ਰਿਪੋਰਟ ਕਰੂਗਾ ਜਾ ਕੇ, ਮਿਡਲ ਲੈਵਲ ਮੈਨੇਜਮੈਂਟ ਨੂੰ ਜਾ ਕੇ ਰਿਪੋਰਟ ਕਰੂਗਾ ਕਿ ਵਰਕਰਸ ਮੇਰੀ ਗੱਲ ਨਹੀਂ ਮੰਨਦੇ, ਤੁਸੀਂ ਆਪਣੇ ਆਪ ਹੀ ਕੁਝ ਨਾ ਕੁਝ ਇਹਦਾ ਸੋਲਿਊਸ਼ਨ ਕੱਢੋ, ਠੀਕ ਹੈ। ਸੋ ਫਸਟ ਆਫ ਆਲ ਬੱਚੇ ਦੇਖੋ, ਟੂ ਮੇਕ ਲਾਸਟ ਇਜ਼ ਦੈਟ 11th ਪੁਆਇੰਟ ਆ, ਟੂ ਮੇਕ ਸੁਜੈਸ਼ਨਸ ਟੂ ਮਿਡਲ ਲੈਵਲ ਮੈਨੇਜਮੈਂਟ ਫॉर द ਸੋਲਿਊਸ਼ਨ ਆਫ ਦ ਫੰਕਸ਼ਨਲ ਪ੍ਰੋਬਲਮਸ ਆਫ ਦ ਆਰਗੇਨਾਈਜੇਸ਼ਨ। ਉਹੀ ਗੱਲ ਹੋ ਗਈ ਨਾ ਕਿ ਇਹਦੇ ਵਿੱਚ ਕੀ ਕਰ ਰਿਹਾ ਹੈ ਕਿ ਵੀ ਜੇ ਕੋਈ ਨਹੀਂ ਸੋਲਵ ਹੋ ਰਹੀ ਪ੍ਰੋਬਲਮ ਤੇ ਮਿਡਲ ਲੈਵਲ ਮੈਨੇਜਮੈਂਟ ਨੂੰ ਕਹੂਗਾ ਕਿ ਉਹਦਾ ਸੋਲਿਊਸ਼ਨ ਕੱਢੋ, ਕਿਉਂਕਿ ਵਰਕਰਸ ਮੇਰੀ ਗੱਲ ਨਹੀਂ ਮੰਨਦੇ, ਕਿਉਂਕਿ ਵਰਕਰਸ ਨੂੰ ਹੁੰਦਾ ਕਿ ਵੀ ਸਾਡੇ ਵਰਗਾ ਬਸ ਇਹਨੂੰ ਹੈੱਡ ਬਣਾਤਾ ਵਾ ਤੇ ਸਾਡੇ ਉੱਤੇ ਕਿਉਂ ਇੰਨਾ ਜ਼ਿਆਦਾ ਹਾਵੀ ਹੋ ਰਿਹਾ। ਸੋ ਉਹਨਾਂ ਦੀ ਪ੍ਰੋਬਲਮਸ ਕੌਣ ਹੱਲ ਕਰੂਗਾ, ਫਿਰ ਮਿਡਲ ਲੈਵਲ ਮੈਨੇਜਮੈਂਟ। ਬੱਚੇ ਜੇ ਪੇਪਰ ਦੇ ਵਿੱਚ ਆਉਂਦਾ ਤੁਸੀਂ ਆਹ ਡਾਇਗਰਾਮ ਬਣਾਉਣੀ ਆ, ਦੇਖੋ ਡਾਇਗਰਾਮ ਦੇ ਵਿੱਚ ਫਸਟ ਆਫ ਆਲ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ। ਫਸਟ ਆਫ ਆਲ ਟੌਪ ਲੈਵਲ ਮੈਨੇਜਮੈਂਟ, ਸੈਕਿੰਡ ਵਨ ਇਜ਼ ਦ ਮਿਡਲ ਲੈਵਲ ਮੈਨੇਜਮੈਂਟ ਐਂਡ ਥਰਡ ਵਨ ਇਜ਼ ਦ ਲੋਅਰ ਲੈਵਲ ਮੈਨੇਜਮੈਂਟ। ਹੁਣ ਉਹਨੇ ਟੌਪ ਲੈਵਲ ਦੇ ਵਿੱਚ ਕੌਣ ਆ ਕਿ ਜਿਹੜੇ ਓਨਰ, ਉਹੀ ਗੱਲ ਹੁੰਦੀ ਨਾ, ਓਨਰ, ਸ਼ੇਅਰ ਹੋਲਡਰਸ, ਬੋਰਡ ਆਫ ਡਾਇਰੈਕਟਰਸ, ਚੇਅਰਮੈਨ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਠੀਕ ਹੈ। ਐਂਡ ਮਿਡਲ ਦੇ ਵਿੱਚ ਕਿਹੜੇ ਆਉਂਦੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰੋਡਕਸ਼ਨ ਮੈਨੇਜਰ, ਫਾਈਨੈਂਸ਼ੀਅਲ ਮੈਨੇਜਰ, ਮਾਰਕੀਟਿੰਗ ਮੈਨੇਜਰ, ਸਾਰੇ ਮੈਨੇਜਰਸ। ਐਂਡ ਲਾਸਟ ਵਨ ਇਜ਼ ਦ ਸੁਪਰਵਾਈਜ਼ਰਸ ਐਂਡ ਸੁਪਰੀਡੈਂਟਸ, ਜਿਹੜੇ ਕਿ ਲੋਅਰ ਲੈਵਲ ਮੈਨੇਜਮੈਂਟ ਦਾ ਸੁਪਰਵਾਈਜ਼ਰ ਬਣਾਇਆ ਹੁੰਦਾ, ਉਹਨੇ ਸਾਰਾ ਕੰਮ ਕਰਨਾ ਕਿ ਵਰਕਰਸ ਕੰਮ ਕਰ ਰਹੇ ਆ ਕਿ ਨਹੀਂ। ਸੋ ਇਹ ਡਾਇਗਰਾਮ ਤੁਸੀਂ ਬਣਾਉਣੀ ਆ, ਠੀਕ ਹੈ। ਸੋ ਦੈਟਸ ਆਲ ਫॉर ਟੂਡੇ ਬੱਚਾ। ਆਪਾਂ ਕੱਲ ਨਿਊ ਟੌਪਿਕ ਕਰਾਂਗੇ, ਉਹ ਥੋੜਾ 5 ਜਾਂ 10 ਮਿੰਟ ਦਾ ਟੌਪਿਕ ਆ। ਉਸ ਤੋਂ ਬਾਅਦ ਜਿਹੜੇ ਇਹ ਚੈਪਟਰ ਦੇ ਵਿੱਚ ਆਪਾਂ ਥੋੜੇ ਪੁਆਇੰਟਸ ਛੱਡੇ ਕਿਉਂਕਿ ਤੁਹਾਡੇ ਕੋਲ ਬੁੱਕ ਨਹੀਂ ਹੈਗੀ ਸੀ, ਸੋ ਆਪਾਂ ਸਾਰੇ ਡਿਸਕਸ ਕਰਕੇ ਚੈਪਟਰ ਨੂੰ ਕੀ ਕਰਾਂਗੇ, ਕੰਪਲੀਟ ਕਰਾਂਗੇ। ਦੈਟਸ ਆਲ ਫॉर ਟੂਡੇ। ਥੈਂਕ ਯੂ ਸਟੂਡੈਂਟਸ।